नमस्कार साथियों। पंजाबी ਸਾਹਿਤ ਦੇ ਅੰਦਰ ਅਣਡਿੱਠੇ ਕਾਵੀ ਟੂਟਿਆਂ ਦੇ ਨੂੰ ਹੱਲ ਕਰਨ ਦਾ ਅੱਜ ਮੈਂ ਚੌਥਾ ਭਾਗ ਲੈ ਕੇ ਹਾਜ਼ਰ ਹੋਇਆ ਹਾਂ। ਇਸ ਤੋਂ ਪਹਿਲੇ ਵਾਲੇ ਭਾਗ ਜਿਹੜੇ ਮੇਰੇ ਸਾਥੀਆਂ ਨੇ ਨਹੀਂ ਦੇਖੇ ਉਹਨਾਂ ਲਈ ਮੈਂ ਦੱਸਣਾ ਚਾਹਾਂਗਾ ਕਿ ਉਹ ਚੈਨਲ ਦੀ ਪਲੇਲਿਸਟ ਦੇ ਅੰਦਰ ਜਾ ਕੇ ਪੰਜਾਬੀ ਕਾਵੀ ਟੋਟਿਆਂ ਦਾ ਇੱਕ ਭਾਗ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਜਿਹੜੇ ਨੈਟ UGC ਵਾਲਾ ਇੱਕ ਭਾਗ ਹੈ ਉਸ ਦੇ ਅੰਦਰ ਵੀ ਆਪ ਨੂੰ ਇਹ ਕਾਵੀ ਟੋਟੇ ਮਿਲ ਜਾਣਗੇ। ਇਹ ਉਹਨਾਂ ਵਿਦਿਆਰਥੀਆਂ ਦੇ ਲਈ ਹੈ ਜੋ ਨੈਟ ਦੇ ਵਜੋਂ ਪੰਜਾਬੀ ਵਿਸ਼ੇ ਦੀ ਤਿਆਰੀ ਕਰ ਰਹੇ ਨੇ ਜਾਂ ਫਿਰ ਐਸਾ ਕੋਈ ਵੀ ਐਗਜ਼ਾਮ ਦੇ ਰਹੇ ਨੇ ਜਿਹਦੇ ਅੰਦਰ ਪੰਜਾਬੀ ਵਿਸ਼ੇ ਨੂੰ ਇੱਕ ਲਿਟਰੇਚਰ ਦੇ ਤੌਰ ਤੇ ਸਾਹਿਤ ਦੇ ਤੌਰ ਤੇ ਪੁੱਛਿਆ ਜਾਣਾ ਹੈ। ਤਾਂ ਉਹਨਾਂ ਸਾਰੇ ਐਗਜ਼ਾਮਾਂ ਦੇ ਅੰਦਰ ਚਾਹੇ ਉਹ UPSC ਦਾ ਹੋਵੇ, PPSC, RPSC ਯਾਨੀ ਸੂਬਿਆਂ ਦੇ ਵੱਲੋਂ ਕਰਵਾਈ ਜਾਣ ਵਾਲੀ ਜਿਹੜੀ ਰਾਜ ਲੋਕ ਸੇਵਾ ਆਯੋਗ ਦੀ ਭਰਤੀ ਹੈ ਉਹਨਾਂ ਸੰਬੰਧੀ ਹੋਵੇ, ਸਭ ਦੇ ਅੰਦਰ ਇਸ ਤਰੀਕੇ ਦੇ ਪਹਿਰੇ ਦੇ ਕੇ ਪ੍ਰਸ਼ਨ ਨੂੰ ਪੁੱਛੇ ਜਾਂਦੇ ਨੇ। ਤਾਂ ਆਓ ਸਾਥੀਓ ਅੱਜ ਫਿਰ ਇੱਕ ਹੋਰ ਕਾਵੀ ਟੋਟੇ ਨੂੰ ਆਪਾਂ ਹੱਲ ਕਰਨ ਦੀ ਪ੍ਰੈਕਟਿਸ ਕਰਦੇ ਹਾਂ। ਅੱਜ ਇਸ ਦੇ ਅੰਦਰ ਇੱਕ ਆਧੁਨਿਕ ਕਵਿਤਾ ਦਾ ਇੱਕ ਪੈਰਾ ਲਿਆ ਗਿਆ ਹੈ। ਰੁੱਖੇ ਪਰਬਤ ਖੈਬਰੀ ਦਿਸੇ ਨਾ ਤੀਲਾ, ਖੱਡਾਂ ਵਾਛਾਂ ਅੱਡੀਆਂ ਸੱਜੇ ਤੇ ਖੱਬੇ, ਸਿਰ ਤਲਵਾਈਆਂ ਘਾਟੀਆਂ ਨਾ ਚੱਲੇ ਹੀਲਾ, ਕਿੱਲੀ ਖਾਨ ਜਮਾਨ ਦੀ ਚੋਟੀ ਤੇ ਫੱਬੇ, ਪੈਰ ਵਿੱਚ ਪਹਾੜ ਦੇ ਚਾਰੇ ਹੀ ਪਾਸੇ, ਹਰੀ ਸਿੰਘ ਸਰਦਾਰ ਨੇ ਸਨ ਡੇਰੇ ਲਾਟੇ, ਘੇਰਾ ਚਿੱਟੇ ਤੰਬੂਆਂ ਦਾ ਏਦਾਂ ਭਾਸੇ, ਜਿਉਂ ਜੱਟੀ ਦੇ ਪੈਰ ਵਿੱਚ ਪੰਜੇਬ ਸੁਹਾਈ। ਸਾਥੀਓ ਕੋਈ ਮੁਸ਼ਕਿਲ ਵਾਲਾ ਪੈਰਾ ਨਹੀਂ ਹੈ। ਇਹਦੀ ਸ਼ਬਦਾਵਲੀ ਤੋਂ ਹੀ ਆਪਾਂ ਨੂੰ ਸਰਲ ਸਮਝ ਆ ਰਿਹਾ ਹੈ ਕਿ ਇਹ ਕੋਈ ਪਹਾੜੀ ਦੀ ਵੀ ਗੱਲ ਕੀਤੀ ਜਾ ਰਹੀ ਹੈ, ਪਹਾੜ ਦੇ ਆਸੇ ਪਾਸੇ ਦੀ ਗੱਲ ਕੀਤੀ ਜਾ ਰਹੀ ਹੈ, ਹਰੀ ਸਿੰਘ ਨਲੂਏ ਦੇ ਡੇਰੇ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ। ਤੇ ਕੁੱਲ ਮਿਲਾ ਕੇ ਇਹ ਕਹੀਏ ਕਿ ਇੱਕ ਯੁੱਧਨੁਮਾ ਦ੍ਰਿਸ਼ ਨੂੰ ਇਸ ਦੇ ਅੰਦਰ ਪ੍ਰਦਰਸ਼ਿਤ ਕੀਤਾ ਗਿਆ ਹੈ। ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਵਿਦਿਆਰਥੀਆਂ ਨੂੰ ਇਹ ਪੈਰਾ ਸਮਝ ਦੇ ਅੰਦਰ ਨਹੀਂ ਆਏ ਉਹ ਉਸ ਨੂੰ ਦੂਸਰੀ ਵਾਰ ਫਿਰ ਰਿਪੀਟ ਪੜ੍ਹ ਕੇ ਦੇਖਣ, ਇਸ ਨੂੰ ਸੁਣਨ, ਕਿਉਂਕਿ ਪੈਰੇ ਰਚਨਾ ਹੈ ਜਿਹੜੀ, ਚਾਹੇ ਉਹ ਵਾਰਤਕ ਹੈ ਚਾਹੇ ਕਾਵੀ ਟੋਟਾ ਹੈ, ਉਹਨੂੰ ਜੇ ਪਹਿਲੀ ਵਾਰ ਦੇ ਅੰਦਰ ਸਾਡੇ ਸਮਝ ਨਹੀਂ ਆਉਂਦਾ ਤਾਂ ਦੂਸਰੀ ਵਾਰ ਜ਼ਰੂਰ ਪੜ੍ਹੋ। ਤੇ ਪੜ੍ਹਦੇ ਸਮੇਂ ਇਹ ਗੱਲ ਨੋਟਿਸ ਰੱਖੋ ਤੁਸੀਂ ਕਿ ਕੋਈ ਵੀ ਸ਼ਬਦ ਹੈ ਜਿਹਦਾ ਅਰਥ ਸਮਝ ਦੇ ਅੰਦਰ ਨਹੀਂ ਆ ਰਿਹਾ ਉਸਨੂੰ ਉਸ ਦੇ ਉੱਪਰ ਗੋਲ ਘੇਰਾ ਲਗਾ ਲਓ ਜਾਂ ਫਿਰ ਉਸਨੂੰ ਅੰਡਰਲਾਈਨ ਕਰ ਲਓ, ਤਾਂ ਕਿ ਬਾਅਦ ਦੇ ਅੰਦਰ ਉਸ ਦਾ ਸਰਲ ਸ਼ਬਦ ਬਣਾ ਕੇ ਉਸ ਵਾਕ ਦੇ ਅੰਦਰ ਉਸ ਪੂਰੇ ਵਾਕ ਨੂੰ ਸਮਝਿਆ ਜਾ ਸਕੇ। ਤਾਂ ਆਓ ਸਾਥੀਓ ਇਸ ਪੈਰੇ ਤੋਂ ਬਾਅਦ ਹੁਣ ਆਪਾਂ ਇਸ ਦੇ ਪ੍ਰਸ਼ਨ ਉੱਤਰਾਂ ਦੀ ਗੱਲ ਕਰਦੇ ਹਾਂ ਕਿ ਇਹਨਾਂ ਦੇ ਪ੍ਰਸ਼ਨ ਕਿਸ ਤਰੀਕੇ ਦੇ ਨੇ ਤੇ ਉਹਨਾਂ ਦੇ ਆਪਾਂ ਕੀ ਜਵਾਬ ਦੇਣੇ ਨੇ। ਸਭ ਤੋਂ ਪਹਿਲੇ ਆਪਣੇ ਕੋਲ ਜੋ ਪ੍ਰਸ਼ਨ ਆ ਗਿਆ ਹੈ, ਇਸ ਕਾਵੀ ਬੰਦ ਵਿੱਚ ਕਵੀ ਕਿਸ ਮਿਸਾਲ ਬਾਰੇ ਦੱਸ ਰਿਹਾ ਹੈ। ਤਾਂ ਵਿਕਲਪ ਦੇਖਾਂਗੇ। ਸਭ ਤੋਂ ਪਹਿਲੇ ਹਰੀ ਸਿੰਘ ਨਲੂਏ ਦੀ ਮਿਸਾਲ ਬਾਰੇ ਦੱਸ ਰਿਹਾ ਹੈ। ਫਿਰ ਇਸ ਦੇ ਅੰਦਰ ਦੂਜਾ ਵਿਕਲਪ ਆ ਗਿਆ, ਇੱਕ ਪਠਾਨ ਬਾਰੇ ਦੱਸ ਰਿਹਾ ਹੈ। ਫਿਰ ED ਨੰਬਰ ਵਿਕਲਪ ਹੈ ਸੈਨਾਪਤੀ ਬਾਰੇ ਦੱਸ ਰਿਹਾ ਹੈ। ਤੇ ਸੱਸਾ ਨੰਬਰ ਆ ਗਿਆ ਬਹਾਦਰੀ ਗਾਥਾ ਦਾ ਵਰਣਨ ਕਰ ਰਿਹਾ ਹੈ। ਤਾਂ ਸਾਥੀਓ ਇਹਦੇ ਅੰਦਰ ਜਿਹੜੇ ਵਿਕਲਪ ਦਿੱਤੇ ਗਏ ਨੇ ਤਾਂ ਉਹ ਜਿਹੜੇ ਮੇਰੇ ਵਿਦਿਆਰਥੀ ਜਿਹੜੇ ਪੰਜਾਬੀ ਲਿਟਰੇਚਰ ਨਾਲ ਸੰਬੰਧ ਰੱਖਦੇ ਨੇ, ਜਿਨ੍ਹਾਂ ਨੇ ਇਹ ਪੈਰਾ ਪੜ੍ਹਿਆ ਹੋਏਗਾ ਤਾਂ ਉਹਨਾਂ ਨੂੰ ਤਾਂ ਇਹ ਪਤਾ ਚੱਲ ਹੀ ਗਿਆ ਹੋਏਗਾ ਕਿ ਇਸ ਦਾ ਰਾਈਟ ਆਨਸਰ ਕੀ ਹੈ, ਕਿਉਂਕਿ ਸਾਨੂੰ ਇਕੱਲਾ ਇੱਕ ਪੈਰਾ ਹੀ ਨਹੀਂ ਉਸ ਪੂਰੀ ਕਵਿਤਾ ਦੇ ਬਾਰੇ ਵੀ ਥੋੜ੍ਹਾ ਬਹੁਤ ਨੌਲੇਜ ਹੋਣਾ ਚਾਹੀਦਾ ਹੈ। ਜੇਕਰ ਸਾਡੇ ਉਹ ਦਿਮਾਗ ਦੇ ਅੰਦਰ ਪੂਰੀ ਕਵਿਤਾ ਦੀ ਕਥਾ ਹੈ ਤਾਂ ਅਸੀਂ ਬਿਨਾਂ ਸੋਚੇ ਸਮਝੇ ਇਹਨਾਂ ਦੇ ਸਹੀ ਉੱਤਰ ਦੱਸ ਸਕਦੇ ਹਾਂ। ਤੇ ਜਿਹੜਿਆਂ ਨੇ ਇਹ ਪੈਰੇ ਨਹੀਂ ਪੜ੍ਹੇ ਹੁੰਦੇ ਜਾਂ ਫਿਰ ਇਹ ਕਵਿਤਾਵਾਂ ਨਹੀਂ ਪੜ੍ਹੀਆਂ ਹੁੰਦੀਆਂ ਉਹਨਾਂ ਨੂੰ ਥੋੜ੍ਹੀ ਜਿਹੀ ਮੁਸ਼ਕਿਲ ਜ਼ਰੂਰ ਆਉਂਦੀ ਹੈ। ਤਾਂ ਇਹਦੇ ਅੰਦਰ ਇਹ ਕਿਹਾ ਪ੍ਰਸ਼ਨ ਇਹ ਹੈ ਕਿ ਕਵੀ ਨੇ ਕਿਸ ਮਿਸਾਲ ਬਾਰੇ ਦੱਸਿਆ ਹੈ ਜਾਂ ਦੱਸ ਰਿਹਾ, ਯਾਨੀ ਕਿਹੜੀ ਮਿਸਾਲ ਹੈ ਜਿਹੜੀ ਉਹ ਕਾਇਮ ਕੀਤੀ ਹੈ, ਉਸ ਦਾ ਵਰਣਨ ਕੀਤਾ ਗਿਆ ਹੈ। ਤਾਂ ਸਾਥੀਓ ਇਹਦੇ ਅੰਦਰ ਹਰੀ ਸਿੰਘ ਨਲੂਏ ਦੀ ਮਿਸਾਲ ਬਾਰੇ ਨਹੀਂ ਹੈ, ਕਿਉਂਕਿ ਹਰੀ ਸਿੰਘ ਨਲੂਆ ਤਾਂ ਪਹਾੜੀ ਦੇ ਹੇਠਾਂ ਘੇਰਾ ਪਾ ਕੇ ਤੰਬੂ ਲਗਾ ਕੇ ਹੀ ਬੈਠਾ ਹੈ। ਫਿਰ ਜੇਕਰ ਕਹੀਏ ਆਪਾਂ ਕਿ ਸੈਨਾਪਤੀ ਬਾਰੇ ਦੱਸ ਰਿਹਾ ਤਾਂ ਇਦਾਂ ਦੀ ਕੋਈ ਗੱਲ ਆਈ ਹੀ ਨਹੀਂ ਇਸ ਦੇ ਅੰਦਰ। ਬਹਾਦਰੀ ਗਾਥਾ ਦਾ ਵਰਣਨ ਕਰ ਰਿਹਾ ਤਾਂ ਇਸ ਪੈਰਿਆਂ ਦੇ ਅੰਦਰ ਇਦਾਂ ਦੀ ਕੋਈ ਗੱਲ ਆਈ ਨਹੀਂ। ਤਾਂ ਆਪਣੇ ਕੋਲ ਰਾਈਟ ਵਿਕਲਪ ਹੈ ਜਿਹੜਾ ਉਹ ਆੜਾ ਨੰਬਰ ਬਚਦਾ ਹੈ, ਯਾਨੀ ਇੱਕ ਪਠਾਨ ਬਾਰੇ ਦੱਸ ਰਿਹਾ ਹੈ, ਯਾਨੀ ਇੱਕ ਪਠਾਨ ਦੀ ਮਿਸਾਲ ਦੇ ਰਿਹਾ ਹੈ। ਯਾਨੀ ਉਹ ਪਠਾਨ ਹੈ ਜਿਹੜਾ ਕਾਵੀ ਟੋਟੇ ਦੇ ਅੰਦਰ ਆਇਆ ਹੋਇਆ। ਪੂਰੀ ਕਵਿਤਾ ਪੜ੍ਹੇ ਤੋਂ ਸਮਝ ਦੇ ਅੰਦਰ ਆ ਜਾਂਦਾ ਕਿ ਇੱਕ ਪਠਾਨ ਦੀ ਬਹਾਦਰੀ ਦਾ ਵਰਣਨ ਹੈ ਇਸ ਕਵਿਤਾ ਦੇ ਅੰਦਰ, ਕਿ ਕਿਵੇਂ
ਉਹ ਆਪਣੇ ਪੋਤੇ ਨੂੰ ਵੀ ਬਲੀ ਦੇ ਦਿੰਦਾ ਹੈ, ਪਰ ਉਹ ਜਿਹੜਾ ਰਸਤਾ ਨਹੀਂ ਦੱਸਦਾ, ਜਿਹੜਾ ਉਹ ਛੋਟਾ ਕਿਲਾ ਹੈ ਉਸ ਕਿਲੇ ਦਾ ਰਸਤਾ ਨਹੀਂ ਦੱਸਦਾ, ਪਰ ਆਪਣੇ ਪੋਤੇ ਨੂੰ ਵੀ ਬਲੀ ਦਵਾ ਕੇ ਫਿਰ ਉਹ ਆਪ ਵੀ ਬਲੀ ਦੇਣ ਦੀ ਸ਼ਹੀਦੀ ਦੇਣ ਦੇ ਲਈ ਤਿਆਰ ਹੋ ਜਾਂਦਾ ਹੈ। ਤਾਂ ਇਸ ਤਰੀਕੇ ਨਾਲ ਆਪਣੇ ਕੋਲ ਰਾਈਟ ਆਪਸ਼ਨ ਹੈ ਜਿਹੜਾ ਇੱਕ ਪਠਾਨ ਬਾਰੇ ਦੱਸ ਰਿਹਾ, ਆੜਾ ਨੰਬਰ ਹੋ ਜਾਏਗਾ। ਫਿਰ ਇਸ ਤੋਂ ਬਾਅਦ ਆਪਣੇ ਕੋਲ ਜੋ ਅਗਲਾ ਪ੍ਰਸ਼ਨ ਆ ਜਾਂਦਾ ਸਾਥੀਓ, ਉਹ 2 ਨੰਬਰ ਪ੍ਰਸ਼ਨ ਹੈ। किस इलाके का वर्णन है? बहुत ही सरल है, बिल्कुल साफ शब्दों के अंदर इस पैरे के अंदर आया। मारूथल के इलाके का नहीं है साथियों, बार के इलाके का यह भी नहीं है, साफ शब्दों च लिखा हुआ है। पटियाले के पूर्व का यह भी नहीं है साथियों। खैबर के इलाके का पैरे के शुरू के अंदर ही ये गल्लां आ गई। खैबर जिहड़ा कि जो कि दौर के अंदर पाकिस्तान के पास साइड वाला इलाका रह जाता है। ਅਸੀਂ ਇਹ ਕਵਾਂਗੇ ਜੰਮੂ ਤੋਂ ਅੱਗੇ ਦੇ ਜਿਹੜੇ ਜੰਮੂ ਕਸ਼ਮੀਰ ਹੈ, ਇਸ ਤੋਂ ਅੱਗੇ ਦੇ ਜਿਹੜੇ ਇਲਾਕੇ ਆ ਜਾਂਦੇ ਨੇ ਉਹਨਾਂ ਦੇ ਅੰਦਰ ਇਹ ਪਹਾੜੀ ਨੂਮਾ ਏਰੀਆ ਜਿਹੜਾ ਹੈ ਉਹ ਆ ਜਾਂਦਾ ਹੈ, ਖੈਬਰ ਦਾ ਇਲਾਕਾ। ਤਾਂ ਇਹ ਖੈਬਰ ਹੈ ਜਿਹੜਾ ਉੱਥੋਂ ਦੀ ਗੱਲ ਕੀਤੀ ਜਾ ਰਹੀ ਹੈ, ਯਾਨੀ ਉਸ ਪਹਾੜੀ ਇਲਾਕੇ ਦੀ ਗੱਲ ਕੀਤੀ ਜਾ ਰਹੀ ਹੈ। ਫਿਰ ਇਸ ਤੋਂ ਬਾਅਦ ਆਪਣੇ ਕੋਲ ਜੋ ਅਗਲਾ ਪ੍ਰਸ਼ਨ ਆ ਜਾਂਦਾ ਹੈ ਸਾਥੀਓ, ਉਹ ਦੇਖਣਾ ਹੈ। ਤੀਜਾ ਪ੍ਰਸ਼ਨ ਆਪਣੇ ਕੋਲ ਆ ਗਿਆ ਹੈ ਕਿ ਇਸ ਵਿੱਚ ਆਏ ਸ਼ਬਦ ਕਿੱਲੀ ਦਾ अर्थ है, यानी ये शब्द जिहड़ा अपने कोल किली आया है इहदा अर्थ की है? किले तो लिया गया है, आड़ा नंबर आ जाता दरखत तो लिया गया है, ईडी नंबर आ जाता छोटे किले तो लिया गया है, सस्सा नंबर आ जाता तख्त लाहौर तो लिया गया। तो साथियों एक गल मैं शुरू के अंदर ही आपनूं दसी सी इन्हां प्रश्नां दे कि जेकर आपां नूं पूरी कविता के बारे नॉलेज है तो बहुत सरल है इन्हां दे उत्तर देने, तो जेकर नहीं नॉलेज है तो फिर वो लिए आपां नूं थोड़ी बहुत मुश्किल आ सकती है। जिवें कि किले तो लिया गया नहीं साथियों, किले तो नहीं लिया गया क्योंकि किला जिसनूं आपां दुर्ग या फोर्ट कहने हैं वो एक वड्डी आकृति वाला हुंदा है, बहुत विशाल हुंदा है। दरखत तो लिया गया है साथियों, दरखत तो भी नहीं लिया गया, दरखत नाल तां इसकी कोई सांझ नहीं है। सस्से नंबर के अंदर तख्त लाहौर तो लिया गया, नहीं लिया गया साथियों। छोटे किले तो लिया गया, हाँ बिल्कुल साथियों छोटे किले तो लिया गया। अपना राइट ऑप्शन है ईडी नंबर हो जाएगा, क्योंकि किला वड्डा ते छोटे किले उस पहाड़ी के उपर एक छोटे जी किले का रस्ता भाल रहे सी, जिस दे रस्ते च उस हरी सिंह नलूए नूं एक पठान ते उसका एक जवान पोता मिलिया। वो उसनूं रस्ता पुछदे ने छोटे किले का, पर वो नहीं दसदे। फिर उस बजुर्ग नूं डर हुंदा है कि किते मेरा पोता घबरा के इन्हां दे तशद्दद तो ये रस्ता ना दस दे। फिर वो बहाने दे नाल उन्हां सैनिकां नूं कह के अपने पोते नूं पहाड़ी तो हेठां सुटवा के मरवा दिंदा है, ते बाद दे अंदर बेखौफ होके कहंदा है कि मैनूं मेरे पोते दा डर सी कि वो रस्ता ना तुहानूं दस देवे। तो इस तरीके की गाथा का वर्णन है इस कविता के अंदर। तो उस हिसाब नाल इस छोटे किले नूं किया गया है। फिर इस तो बाद अगला जिहड़ा प्रश्न आ जाता साथियों, 4 नंबर प्रश्न है जो आपां हुण देखना है। घेरा चिट्टे तंबूआं दा ऐदा भासी। तो इस दे अनुसार अपने विकल्प ने। चिट्टे विशेषण है, तंबूआं बहुवचन है, भासे किरिया है। उपरोक्त सारे ही सही हैं। देखो साथियों चिट्टे विशेषण है, हुण देखो इत्थे साफ लिख गया चिट्टे तंबूआं, यानी तंबूआं की विशेषता की दसी है चिट्टे, तो ये गल सही है। ठीक है, फिर अगे तंबूआं बहुवचन है, तंबू एक ते तंबूआं एक तो ज़्यादा, तो यह मतलब तंबूआं शब्द बहुवचन है, ये गल भी सही है। भासे, ठीक है, भासे दे मतलब दिखाई दे रहे ने, दिखाई देना उन्होंने भासे, जिवें हसना रोना खाना खेडना पढ़ना गाउना, ठीक है, देखना, तो यानी दिखाई दे रहे हैं। तो इस तरीके नाल भासे शब्द है जो एक किरिया आ गया। तो इस तरीके नाल आपां कहांगे कि तिन्ने विकल्प ने जिहड़े सही ने, तो उन्हां दी पैरवाई करन वाला विकल्प अपने कोल सस्सा नंबर है। उपरोक्त सारे ही सही हैं। फिर इस तो बाद अपने कोल अगला जो प्रश्न आ जाता है, प्रश्न नंबर 5 है। पंजेब है, पंजेब है, वैसे तो आप सबनों पता ही होएगा कि पंजेब की है, बहुत ही सरल है। पंजाबियों का एक गहना है। आड़ा नंबर पंजाबियों का एक अखान है। ईड़ी नंबर पंजाबियों का एक पहरावा है।
सस्सा नंबर पंजाबियां दा शिंगार है। तो साथियों पंजेब है जिहड़ा पंजाबियां दा एक गहना है। आप सब नूं पता ही होएगा पंजेब पैरां दे अंदर पाई जाती है। तो वो दृश्य जिहड़ा बनिया सी आपां हुण इस कविता के उपर लैके जाइए, वो जिहड़ा दृश्य बनिया सी पहाड़ी दे हेठां जिहड़े तंबू लगे हुए सन वो इदां लग रहे सन जिवें कि कोई पंजेब पाई होवे। तो इस तरीके का वर्णन इस कावी टोटे के अंदर दिता गया। फिर अपने को अगला 6 नंबर प्रश्न आ जाता, इसका कवि है। बहुत ही वधिया प्रश्न है साथियों, इसका कवि है। तो इदां दे रीट PSTET CTET के अंदर पैरे दे के पूछे जाते हैं, कवि पूछे जाते हैं। नैट के अंदर भी इदां दे प्रश्न सीधे सीधे पूछे जाते हैं कई बार। तो इसका कवि कौन है? तो धनी राम चातरिक, शिव कुमार बटालवी, देव या फिर मोहन सिंह। साथियों ये तो राइट ऑप्शन आप ही दे सकते हैं जो इस बारे आपको नॉलेज है, जेकर पढ़िया है। तो इस तो इलावा हाँ इस तरीके नाल डिवाइडेशन आप कर सकते हैं, जेकर इत्थे आपां नूं अलग अलग धारा तो संबंधित राइटर दे दिते जाण, जिवें कोई गुरमत काव्य तो दे दिता जाए, किस्सा काव्य तो, वीर काव्य तो, एक आधुनिक काव्य तो, फिर पहचान करनी सरल हो जाती है। पर जे सारे ही आपां नूं आधुनिक काव्य दे दिते होण तो फिर आपां नूं राइट आंसर पता ही होना चाहिए है। तो इसका राइट ऑप्शन है साथियों वो सस्सा नंबर है, मोहन सिंह की लिखी हुई ये कविता है। फिर इस तो बाद अपने को अगला जो प्रश्न आ जाता साथियों 7 नंबर है। 7 नंबर अपने को जो प्रश्न आ जाता, मोहन सिंह कवि है। ऊड़ा नंबर निजी कविता का, आड़ा नंबर तेज वलवले का, ईड़ी नंबर देश प्यार का, सस्सा नंबर मानववादी दृष्टिकोण का। तो साथियों मोहन सिंह कवि है जिहड़ा वो देश प्यार का कवि है। यानी मोहन सिंह दी कविता के अंदर देश का प्यार हर कविता के अंदर किते न किते उजागर हुंदा आपां नूं दिखाई दिंदा है। उसकी इस प्रकार की विचारधारा रही है कि उस दियां कवितावां के अंदर देश प्यार नूं तवज्जो दिती गई है। तो यानी मोहन सिंह नूं आपां देश प्यार का कवि कह के सत्कारदे हां। फिर इस तो बाद साथियों अपने कोल जिहड़ा अज दा इस पैरे तो संबंधित लास्ट प्रश्न आ जाता वो 8 नंबर है, जिसनों आप देखना है नलूआ सरदार किस दी भाल करता है। तो साथियों नलूआ सरदार किस दी भाल करता है, वैसे तो मैं तुहानूं ये हल्की जी इसकी कथा सुना भी दी है, नोटिस आ भी गया होएगा। तो नलूआ सरदार है जिहड़ा आप विकल्प देखते हैं, खान जमान के इलाके की भाल करता है, देश भगत पठान की भाल करता है, ईड़ी नंबर छोटे किले के रस्ते की भाल करता है, या सस्सा नंबर चंगे देश भगत की भाल करता है। तो साथियों नलूआ सरदार है जिहड़ा वो छोटा किला सी जिहड़ा पहाड़ी के उपर बनया होया सी, उसके रस्ते की भाल कर रहा सी क्योंकि उसनूं रस्ता नहीं मिल रहा सी। ते ऐसे भाल करते समय उसनूं 2 लोग मिले, एक पठान ते एक उस पठान का जवान पोता। फिर बहाने दे नाल ओह पठान नूं डर हो जाता है कि किते यह नलूए सरदार दे सैनिकां तो डर के मेरा पोता किते छोटे किले का रस्ता ना दस देवे। तो वह साइड के अंदर ले जाके एक सैनिक नूं कहंदा कि मैं रस्ता तो तुहानूं दसना चाहुंदा, पर मैं अपने पोते के सामने दगाबाज नहीं अखवाउणा चाहुंदा कि मैं अपने ही किले का तुहानूं रस्ता दसां। इसलिए जेकर तुसीं इसनूं मारदे हो तो मैं तुहानूं उस किले का रस्ता दस सकदा हाँ। फिर वो सैनिक उसके जिहड़ा पठान है उसके पोते नूं पहाड़ी तो हेठां सुट के मार दिंदे ने। जिवें ही उसका पोता मर जाता है, उहदियां अखां दे सामने शहीदी पा जाता है, तो वह बेखौफ हो के उन्हां सैनिकां नूं कहंदा है कि मैनूं डर सी कि किते मेरे पोता तुहाडे तशद्दद तो डर के तुहानूं इस किले का रस्ता ना दस देवे। मैं सच्चा देश भगत हाँ, मैं तुहानूं कोई रस्ता नहीं दसन वाला। तो इस तरीके की गाथा का वर्णन है साथियों इस कविता के अंदर। बहुत ही वधिया रोचक तो वधिया कविता है। यानी ईडी नंबर राइट ऑप्शन हो जाएगा, छोटे किले के रस्ते का भाल कर रहा सी। तो यह सन साथियों कुछ प्रश्न जिन्हों की अज आप प्रैक्टिस की। ऐसे तरीके के काव्य टोटे वार्तक टोटे अक्सर परीक्षावां के अंदर पूछे जाते हैं, तो उन्होंने तो संबंधित 5, 6, 7 या 8 प्रश्न हल करने लिए किया जाता है। मैं ये कोशिश की है कि इदां की प्रैक्टिस आप सब की बनी रहे, ऐसे लिए ये लड़ी आप दे सन्मुख लैके हाजिर होए हैं। ऐसे तरीके नाल चैनल नूं प्यार ते सत्कार दिंदे रहना, आपदे कीमती सुझाव कमेंट राहीं जरूर भेजते रहना। मैं आपदे लिए हर रोज़ पंजाबी विषय की तैयारी नाल संबंधित कोई ना कोई वीडियो आपनूं मुहैया करवाउंदा रहांगा। मिलते हैं एक होर वीडियो के बाद, उदों तक के लिए धन्नवाद साथियों।